मन के मनोरथ ये कर दिया कि मैं भगवान कृष्ण को मार
दिन कि भगवान कृष्ण का जिहड़ा शहर मथुरा को मैं लुट लेना है, ये मनोरथ की इच्छा की है। एक मनोरथ मन में धरो, ये मनोरथ अपने मन में उसने बना लिया, जिदा आप कह लीजिए कि संकल्प बना लिया उन्हें अपना एम ही रख लिया भी मैं भगवान कृष्ण को मारना है तो मथुरा को लुटना है। ये मन में फुरना लैके फौज लैके आया है। चौक भट भेड़ दोहन को हुआ, गुरमुखो दोवां पासियां दी फौज जिहड़ी है ना, इधरों काल जमन राजे की फौज, उधरों भगवान कृष्ण की फौज, जो आपस में फौजां लड़ पईयां, जंग शुरू होया है। जमन अपावन तन को जोवा, उस वेले भगवान कृष्ण ने ये गल विचारी है कि काल जमन की फौज बड़ी है ते मेरी फौज छोटी है, यदि फौज का जोर मेरी फौज से पै जाना, इस तो पहला कि फौज का जोर मेरी फौज से पवे, मैनू काल जमन को मारना चाहिए। जे मारांगे तो वो हथ भी चलाना पवेगा ना, कह लगे भी काल जमन का जिहड़ा शरीर है ना तन, उसनू अपवित्र जान के भी अपवित्र है, मलीन शरीर वाला है, ये भगवान जी ने अपने मन में जानिया है। सुरन अंग संग मत मुद्दा, ते भगवान जी सोचते कि जे मैं इनू मारिया ते मैनू अपने हाथ इनू रोने पैणगे, इहदा शरीर गंदा है, मैला है, अपवित्र है, असी ये पवित्र अपवित्र शरीर नू हाथ नहीं करना चाहते। हाँ चले भाज आशय कर तुदा, हुण गुरमुखो काल जमन नू मारना भी है कि उन्होंने हाथ भी नहीं लाना है। ये सारी गल सोच के भगवान कृष्ण जी भज पै के लग काल जमन नू उठा के ना, काल जमन साडे वल देखदा पिया राजा ते आप जान बुझ के अगे अगे भज पै कि ये साडे मगर भज के आवेगा सानू मारन वास्ते, आप अगे लाके दौड़े सैर कंदरा में मुचकंदा, कहन लगे भी एक पहाड़ की गुफा दे विच ना एक मुचकंदा नाम का राजा, मुचकंद सी इस राजे का नाम, ये पहाड़ की एक गुफा दे विच लम्मे पिया होया है। सुमत परयो नींद बिलमदा, इनू नींद आई है ते ये मुचकंदा नाम का राजा पहाड़ की गुफा दे विच सुता होया है। रण कर सुरत हर को पाए, इसने जंग करके ते उस वेले बड़ा बड़ा एक वर प्राप्त किया है। ओहे जगाए जो जर मर जाए, जेड़ा मैनू जगावेगा वो सड़ मर जाए। जदों आपां भगवान कृष्ण का इतिहास पढ़ते हैं ਉਹਦੇ ਵਿੱਚ ਬਚਨ ਆਉਂਦਾ ਵੀ ਇੱਕ ਵਾਰੀ ਨਾ ਦੇਵਤਿਆਂ ਤੇ ਦੈਂਤਾਂ ਦਾ ਆਪਸ ਵਿੱਚ ਜੰਗ ਹੋਇਆ ਤੇ ਦੇਵਤਿਆਂ ਨੇ ਇਹ ਮੁਚਕੰਦ ਨਾਮ ਦਾ ਇੱਕ ਰਾਜਾ ਸੀ ਧਰਤੀ ਤੇ, ਇਸ ਰਾਜੇ ਨੂੰ ਸੱਦਿਆ ਕਿ ਸਾਡੀ ਮਦਦ ਕਰ ਆ ਕੇ। ਇਸ ਮੁਚਕੰਦ ਰਾਜੇ ਨੇ ਜਾ ਕੇ ਦੇਵਤਿਆਂ ਦੀ ਮਦਦ ਕੀਤੀ ਤੇ ਦੇਵਤੇ ਜੰਗ ਦੇ ਵਿੱਚ ਜਿੱਤ ਗਏ। ਜਦੋਂ ਜੰਗ ਵਿੱਚ ਜਿੱਤੇ ਨਾ ਤੇ ਉਸ ਵੇਲੇ ਰਾਜੇ ਨੇ ਆਖਿਆ ਕਿ ਮੈਨੂੰ ਆਗਿਆ ਦਿਓ ਮੈਂ ਆਪਣੇ ਰਾਜ ਭਾਗ ਨੂੰ ਜਾ ਕੇ ਸੰਭਾਲਾਂ। ਉਸ ਵੇਲੇ ਇੰਦਰ ਦੇਵਤਾ ਕਹਿਣ ਲੱਗਾ ਵੀ ਜਿਹੜੇ ਰਾਜ ਭਾਗ ਦੀ ਗੱਲ ਕਰਦਾ ਉਹ ਸਵਰਗਾਂ ਦੇ ਵਿੱਚ ਭਾਵੇਂ ਕੁਝ ਦਿਨ ਬਤੀਤ ਕੀਤੇ ਤੇ ਥੱਲੇ ਤੇ ਕਈ ਸਦੀਆਂ ਜਾਂ ਕਈ ਸਾਲ ਲੰਘ ਗਏ, ਹੁਣ ਤੇ ਤੇਰੇ ਪੋਤਰੇ ਪੁੱਤਰੇ ਅੱਗੇ ਰਾਜ ਭਾਗ ਤੇ ਬੈਠ ਗਏ, ਹੁਣ ਤੇ ਕਿਹੜੇ ਰਾਜ ਦੀ ਗੱਲ ਕਰਨਾ, ਤੇਰੇ ਰਾਜ ਦਾ ਸਮਾਂ ਧਰਤੀ ਤੇ ਨਿਕਲ ਗਿਆ। ਜਦੋਂ ਇਹ ਬਚਨ ਸੁਣਿਆ ਕਿ ਮੈਂ ਰਾਜ ਭਾਗ ਛੱਡ ਕੇ ਆਇਆ ਸੀ ਦੇਵਤਿਆਂ ਦੀ ਮਦਦ ਵਾਸਤੇ, ਦੇਵਤੇ ਜਿੱਤ ਗਏ ਤੇ ਮੇਰੇ ਰਾਜਪਾਲ ਦਾ ਸਮਾਂ ਲੰਘ ਗਿਆ। ਉਸ ਵੇਲੇ ਇੰਦਰ ਨੇ ਆਖਿਆ ਵੀ ਰਾਜ ਭਾਗ ਨਹੀਂ ਹੋਰ ਮੰਗ ਤੈਨੂੰ ਕੀ ਚਾਹੀਦਾ, ਤੂੰ ਸਾਡੀ ਮਦਦ ਕੀਤੀ ਹੈ, ਜਿਹੜੀ ਵਸਤੂ ਮੰਗੇਗਾ ਅਸੀਂ ਤੈਨੂੰ ਦੇ ਦਿਆਂਗੇ। ਇਸ ਮੁਚਕੰਦ ਨਾਮ ਦੇ ਰਾਜੇ ਨੇ ਆਖਿਆ ਵੀ ਮੈਨੂੰ ਜੰਗ ਕਰਕੇ ਮੈਂ ਥੱਕ ਗਿਆ ਹਾਂ ਤੇ ਮੈਨੂੰ ਬਹੁਤ ਨੀਂਦ ਆਈ ਹੈ ਤੇ ਮੈਨੂੰ ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਮੈਂ ਸੌਂ ਜਾਵਾਂ ਜਾ ਕੇ ਤੇ ਮੈਨੂੰ ਕੋਈ ਉਠਾਵੇ ਨਾ ਨੀਂਦ ਵਿੱਚੋਂ, ਮੈਂ ਰੱਜ ਕੇ ਕਰੀ ਸੌਂ ਲਵਾਂ। ਉਸ ਵੇਲੇ ਇੰਦਰ ਨੇ ਆਖਿਆ ਵੀ ਜਾ ਧਰਤੀ ਦੇ ਉੱਪਰ ਜਾ ਕੇ ਕਿਸੇ ਪਹਾੜ ਦੀ ਗੁਫਾ ਦੇ ਵਿੱਚ ਜਾ ਕੇ ਸੌਂ ਜਾ, ਤੈਨੂੰ ਕੋਈ ਉਠਾਵੇਗਾ ਨਹੀਂ ਤੇ ਜਿਹੜਾ ਵੀ ਤੈਨੂੰ ਉਠਾਵੇਗਾ ਜਦੋਂ ਤੇਰੀਆਂ ਅੱਖਾਂ ਦੀ ਦ੍ਰਿਸ਼ਟੀ ਉਹਦੇ ਤੇ ਪਵੇਗੀ, ਜਿਹੜਾ ਤੈਨੂੰ ਉਠਾਵੇਗਾ ਉਹ ਤੇਰੀਆਂ ਅੱਖਾਂ ਦੀ दृष्टि पैंदिया नाल ही भस्म हो जाएगा, सड़ जाएगा, स्वाह हो जाएगा। ये इंद्र ने वर दिता सी इस मुचकंद नाम के राजे तू साडी मदद की है, हुण तू आराम करना चाहना है ते पहाड़
ਗੁਫਾ ਵਿੱਚ ਜਾ ਕੇ ਆਰਾਮ ਕਰ ਲਾ, ਤੈਨੂੰ ਇਸ ਬਚਨ ਤੋਂ ਡਰਦਿਆਂ ਹੋਇਆ ਕੋਈ ਉਠਾਵੇਗਾ ਨਹੀਂ, ਵੀ ਜਿਹੜਾ ਵੀ ਉਠਾਏਗਾ ਉਹ ਭਸਮ ਹੋ ਜਾਏਗਾ। ਕਹਿੰਦੇ ਵੀ ਇਸ ਤਰ੍ਹਾਂ ਉਹ ਜਿਹੜਾ ਰਾਜਾ ਹੈ ਨਾ ਕੁਝ ਕੰਤ ਬੰਨ ਲੈ ਕੇ ਤੇ ਗੁਫਾ ਦੇ ਵਿੱਚ ਪਹਾੜ ਦੇ ਵਿੱਚ ਆ ਕੇ ਸੁੱਤਾ ਪਿਆ, ਤੇ ਸਾਰਿਆਂ ਨੂੰ ਡਰ ਹੈ ਵੀ ਉਹਨੂੰ ਨਹੀਂ ਉਠਾਉਣਾ, ਜਿਹੜਾ ਉਠਾਵੇਗਾ ਮਰੇਗਾ। ਹੁਣ ਇਸ ਗੱਲ ਨੂੰ ਭਗਵਾਨ ਕ੍ਰਿਸ਼ਨ ਜੀ ਜਾਣਦੇ ਸਨ, ਪਰ ਇਹ ਜਿਹੜਾ ਕਾਲਜਮਨ ਨਾਮ ਦਾ ਰਾਜਾ ਇਹ ਬਾਹਰੋਂ ਆਇਆ, ਹਬਸ਼ ਦੇਸ਼ ਦੇ ਵਿੱਚੋਂ ਅਫਰੀਕਾ ਚੋਂ ਆਇਆ ਸੀ, ਇਹਨੂੰ ਇਸ ਗੱਲ ਦਾ ਪਤਾ ਨਹੀਂ। ਕਹਿਣ ਲੱਗੇ ਭਗਵਾਨ ਕ੍ਰਿਸ਼ਨ ਜੀ ਅੱਗੇ ਅੱਗੇ ਭੱਜੇ ਜਾਂਦੇ, ਇਹ ਕਾਲਜਮਨ ਨਾਮ ਦਾ ਰਾਜਾ ਮਗਰ ਮਗਰ ਭੱਜਾ ਜਾਂਦਾ ਤੇ ਭੱਜਿਆ ਭੱਜਿਆ ਇਹ ਉਸ ਗੁਫਾ ਦੇ ਵਿੱਚ ਪਹੁੰਚ ਗਿਆ, ਜਿਸ ਗੁਫਾ ਦੇ ਵਿੱਚ ਉਹ ਰਾਜਾ ਸੁੱਤਾ ਹੋਇਆ ਹੈ। ਬਹੁਤ ਸ਼੍ਰੀ ਕ੍ਰਿਸ਼ਨ ਮੁਰਾਰੀ। ਕਹਿਣ ਲੱਗੇ ਭਗਵਾਨ ਕ੍ਰਿਸ਼ਨ ਜੀਆਂ ਨੇ ਜਾਣ ਬੁੱਝ ਕੇ ਉਹਦੀ ਗੁਫਾ ਵੱਲ ਨੂੰ ਭੱਜੇ, ਪਤਾ ਸੀ ਵੀ ਜਾ ਕੇ ਉਹਨੂੰ ਉਠਾਉਣਾ ਹੈ, ਉਹਦੇ ਕੋਲੋਂ ਇਸ ਰਾਜੇ ਨੂੰ ਮਰਾਉਣਾ ਹੈ। ਭਗਵਾਨ ਕ੍ਰਿਸ਼ਨ ਜੀ ਦੌੜ ਕੇ ਉਸ ਗੁਫਾ ਦੇ ਵਿੱਚ ਪਹੁੰਚੇ, ਆਸ਼ਨ ਬੋਲਦੇ ਲਾਤ ਪ੍ਰਹਾਰੀ। ਤੇ ਕਹਿਣ ਲੱਗੇ ਬੜੇ ਜ਼ੋਰ ਦੇ ਨਾਲ ਜਾ ਕੇ ਉਸ ਨੂੰ ਲੱਤ ਮਾਰੀ ਹੈ। ਇਸ ਦੇ ਤਨ ਲੋਚਨ ਖੋਲੇ। ਸੋ ਇੱਥੇ ਬਚਨ ਤੇ ਇਹ ਲਿਖਿਆ ਵੀ ਭਗਵਾਨ ਕ੍ਰਿਸ਼ਨ ਨੇ ਲੱਤ ਮਾਰੀ ਤੇ ਉੱਠਿਆ। ਪਰ ਜੇ ਆਪਾਂ ਭਗਵਾਨ ਕ੍ਰਿਸ਼ਨ ਦੀ ਜੀਵਨੀ ਪੜ੍ਹੀਏ ਨਾ, ਇਤਿਹਾਸ ਪੜ੍ਹੀਏ, ਤੇ ਉਹਦੇ ਵਿੱਚ ਬਚਨ ਇਹ ਆਉਂਦਾ ਹੈ ਵੀ ਭਗਵਾਨ ਕ੍ਰਿਸ਼ਨ ਜੀਆਂ ਦੇ ਕੋਲ ਇੱਕ ਪੀਲੇ ਰੰਗ ਦਾ ਕੱਪੜਾ ਸੀ, ਜਿਹਨੂੰ ਆਪਾਂ ਕਹਿ ਲਈਏ ਕਿ ਚਾਦਰ ਸੀ ਜਾਂ ਵਿਸ਼ਾਲਾ ਸੀ, ਆਪਣੇ ਸਰੀਰ ਦੇ ਉੱਪਰ ਉਹਨਾਂ ਨੇ ਲਿਆ ਹੋਇਆ। ਉਹਨਾਂ ਨੇ ਕੀ ਕੀਤਾ, ਭੱਜ ਕੇ ਜਾ ਕੇ ਗੁਫਾ ਦੇ ਵਿੱਚ ਪਹਿਲਾਂ ਜਿੱਥੇ ਉਹ ਰਾਜਾ ਸੁੱਤਾ ਸੀ ਉਹਦੇ ਉੱਪਰ ਆਪਣੀ ਉਹ ਚਾਦਰ ਪਾ ਦਿੱਤੀ ਪੀਲੇ ਰੰਗ ਦੀ, ਵਿਸ਼ਾਲਾ ਉਹਦੇ ਤੇ ਪਾ ਕੇ ਤੇ ਆਪ ਲੁਕ ਗਏ, ਪਾਸੇ ਹੋ ਗਿਆ, ਖੁੱਲੇ ਹੋ ਗਏ। ਜਦੋਂ ਮਗਰੋਂ ਕਾਲਜਮਨ ਰਾਜਾ ਉੱਥੇ ਪਹੁੰਚਿਆ, ਉਹਨੇ ਵੇਖਿਆ ਵੀ ਸ਼ਾਇਦ ਇਹ ਭਗਵਾਨ ਕ੍ਰਿਸ਼ਨ ਜੀ ਸੌਂ ਗਿਆ, ਮੇਰੇ ਤੋਂ ਡਰ ਕੇ ਸੌਂ ਗਏ ਨੇ, ਇਹਨਾਂ ਨੇ ਚਾਦਰ ਲੈ ਲਈ ਹੈ। ਹੁਣ ਚਾਦਰ ਦੇ ਨਾਲ ਸਰੀਰ ਢੱਕਿਆ, ਉਹਨੂੰ ਇਹ ਨਹੀਂ ਪਤਾ ਲੱਗਾ ਰਾਜੇ ਨੂੰ ਵੀ ਇਹ ਭਗਵਾਨ ਕ੍ਰਿਸ਼ਨ ਹੈ ਕਿ ਕੋਈ ਹੋਰ ਹੈ। ਉਸ ਵੇਲੇ ਕਾਲਜਮਨ ਰਾਜੇ ਨੇ ਜਾ ਕੇ ਲੱਤ ਮਾਰੀ ਉਹ ਸੁੱਤੇ ਹੋਏ ਮੁਚਕੰਦ ਨਾਮ ਦੇ ਰਾਜੇ ਨੂੰ ਵੀ ਉੱਠ, ਤੂੰ ਮੇਰੇ ਤੋਂ ਡਰਦਾ ਹੈ ਤੇ ਚਾਦਰ ਲੈ ਕੇ ਲੰਮੇ ਕਿਉਂ ਪੈ ਗਿਆ, ਉੱਠ ਕੇ ਮੇਰੇ ਨਾਲ ਜੰਗ ਕਰ। ਜਦੋਂ ਇਸ ਕਾਲਜਮਨ ਰਾਜੇ ਨੇ ਲੱਤ ਮਾਰੀ ਤੇ ਉਹ ਜਿਹੜਾ ਰਾਜਾ ਸੁੱਤਾ ਸੀ ਨਾ ਬਦ ਲੈ ਕੇ ਵੀ ਜਿਹੜਾ ਤੈਨੂੰ ਉਠਾਵੇਗਾ, ਤੇਰੀ ਨਿਗਾਹ ਉਹਦੇ ਤੇ ਪੈ ਗਈ ਤੇ ਉਹ ਸੜ ਜਾਏਗਾ, ਖਤਮ ਹੋ ਜਾਏਗਾ। ਕਾਲਜਮਨ ਨੇ ਲੱਤ ਮਾਰੀ ਹੈ, ਜੋ ਸੁੱਤੇ ਹੋਏ ਰਾਜੇ ਨੇ ਆਪਣੀਆਂ ਅੱਖਾਂ ਖੋਲੀਆਂ, ਚਰਿਓ ਚਮਨ ਹੋਏ ਹੱਥ ਉਲੇ। ਤੇ ਕਹਿ ਲੱਗੇ ਵੀ ਭਗਵਾਨ ਕ੍ਰਿਸ਼ਨ ਜੀ ਉਹਨੇ ਹੋ ਗਏ ਦੇਖਣ ਵਾਸਤੇ। ਤੇ ਉਸ ਮੁਚਕੰਦ ਨਾਮ ਦੇ ਰਾਜੇ ਦੀ ਜਦੋਂ ਦ੍ਰਿਸ਼ਟੀ ਪਈ ਤੇ ਕਾਲਜਮਨ ਰਾਜਾ ਉੱਥੇ ਹੀ ਸੜ ਗਿਆ, ਉੱਥੇ ਮਰ ਗਿਆ, ਖਤਮ ਹੋ ਗਿਆ। ਜਿਹੜਾ ਹੰਸ ਤੋਂ ਚੜ ਕੇ ਆਇਆ ਸੀ ਨਾ ਅਫਰੀਕਾ ਤੋਂ ਰਾਜਾ ਕਾਲਜਮਨ ਭਗਵਾਨ ਕ੍ਰਿਸ਼ਨ ਨੂੰ ਮਾਰਨ ਵਾਸਤੇ, ਔਰ ਇੱਛਾ ਇਹ ਰੱਖੀ ਸੀ ਵੀ ਭਗਵਾਨ ਕ੍ਰਿਸ਼ਨ ਨੂੰ ਮਾਰਨਾ ਤੇ ਮਥੁਰਾ ਨੂੰ ਲੁੱਟਣਾ ਹੈ, ਇਹ ਉਹਦੇ ਮਨ ਦਾ ਸੰਕਲਪ ਸੀ। ਹੁਣ ਭਗਵਾਨ ਕ੍ਰਿਸ਼ਨ ਨੂੰ ਤੇ ਮਾਰ ਨਹੀਂ ਸਕਿਆ ਤੇ ਨਾ ਹੀ ਮਥੁਰਾ ਨੂੰ ਲੁੱਟ ਸਕਿਆ। ਕਹਿਣ ਲੱਗੇ ਵੀ ਉੱਥੇ ਦ੍ਰਿਸ਼ਟੀ ਪਈ ਸੁੱਤੇ ਹੋਏ ਰਾਜੇ ਦੀ, ਇਹਦੇ ਉੱਪਰ ਇਹ ਸੜ ਗਿਆ। ਪਰ ਉਹ ਜਿਹੜਾ ਸੰਕਲਪ ਸੀ ਨਾ ਮਨ ਦੇ ਵਿੱਚ ਵੀ ਮੈਂ ਮਥੁਰਾ ਨੂੰ ਲੁੱਟਣਾ ਹੈ, ਉਹਦਾ ਸੰਕਲਪ ਪੂਰਾ ਨਹੀਂ ਹੋਇਆ। ਉਹ ਮਨ ਵਿੱਚ ਇੱਛਾ ਰਹਿ ਗਈ ਵੀ ਮੈਂ ਆਹ ਕੰਮ ਕਰਨਾ ਸੀ, ਮਨ ਦੇ ਵਿੱਚ ਇੱਛਾ ਰਹਿ ਗਈ ਤੇ ਮੌਤ ਨੂੰ ਪ੍ਰਾਪਤ ਹੋ ਗਿਆ ਹੈ। ਆਤਨ ਮਨੋਰਥ ਮਥੁਰਾ ਕੇਰਾ। ਉਹ ਜਿਹੜਾ ਮਥੁਰਾ ਨੂੰ ਲੁੱਟਣ ਦਾ ਮਨੋਰਥ ਸੀ, ਇੱਛਾ, ਉਹ ਪੂਰੀ ਨਹੀਂ ਹੋਈ, ਮਨ ਵਿੱਚ ਰਹਿ ਗਈ ਹੈ। ਲੇਕਰ ਨਰਤਕ ਭਇਓ ਤਿਸ ਬੇਰਾ। ਇੱਛਾ ਦੇ ਸਮੇਤ ਮਰ ਗਿਆ। ਮਹਾਰਾਜ ਕਹਿਣ ਲੱਗੇ ਜੈਸੀ ਮਨ ਕੀ ਵਾਸਨਾ ਅੰਤ ਸਾਈ ਪ੍ਰਗਟਾਨੀ, ਜਿਹੋ ਜੀ ਮਨ ਦੀ ਵਾਸ਼ਨਾ ਹੈ, ਜੇ ਕਿਤੇ ਮੌਤ ਹੋ ਗਈ ਉਹ ਵਾਸ਼ਨਾ ਪੂਰੀ ਕਰਨ ਵਾਸਤੇ ਜਨਮ ਵਿੱਚ ਆਉਣਾ ਪਵੇਗਾ। ਇਹਦੀ ਵਾਸ਼ਨਾ ਇਹ ਸੀ ਕਿ ਮਥੁਰਾ ਸ਼ਹਿਰ ਨੂੰ ਲੁੱਟਣਾ, ਮਰ ਗਿਆ, ਉਹ ਵਾਸ਼ਨਾ ਮਨ ਵਿੱਚ ਰਹਿ ਗਈ। ਕਹਿਣ ਲੱਗੇ ਉਸ ਵਾਸ਼ਨਾ ਨੂੰ ਪੂਰਾ ਕਰਨ ਵਾਸਤੇ ਜਨਮੈ ਕੋ ਸੁਦੇਸ਼ ਕੰਧਾਰਾ। ਉਹ ਕੰਧਾਰ ਦੇਸ਼ ਦੇ ਵਿੱਚ, ਜਿਸ ਨੂੰ ਆਪਾਂ ਕਹਿ ਦਿੰਦੇ ਆ ਕਾਬਲ, ਕੰਧਾਰ, ਕੰਧਾਰ ਸ਼ਹਿਰ ਦਾ ਨਾਮ ਹੈ। ਫਿਰ ਉਹ ਰਾਜਾ ਜਿਹੜਾ ਸੀ ਨਾ ਕਾਲਜਮਨ, ਉਹ ਜਾ ਕੇ ਕੰਧਾਰ ਦੇਸ਼ ਵਿੱਚ ਦੁਬਾਰਾ ਫਿਰ ਪੈਦਾ ਹੋਇਆ, ਫਿਰ ਉਸਨੇ ਜਨਮ ਲਿਆ ਹੈ। ਨਾਦਰ ਸ਼ਾਹ ਆਪ ਕਰਨਾ ਇਹ ਕਹਿਣ ਲੱਗੇ ਵੀ ਉਹ ਫਿਰ ਰਾਜਾ ਜਿਹੜਾ ਹੈ ਉਹ ਦੁਬਾਰਾ ਫਿਰ ਕੰਧਾਰ ਤੋਂ ਚੜ ਕੇ ਆਵੇਗਾ, ਮਥੁਰਾ ਨੂੰ ਲੁੱਟੇਗਾ। ਗੁਰੂ ਕੋ ਮਥੁਰਾ ਵਰਗੇ ਵੱਡੇ ਵੱਡੇ ਸ਼ਹਿਰ ਜਿਹੜੇ ਸਨ
नादिर शाह ने भी लुटे ने, अहमद शाह अब्दाली ने भी लुटे ने, मोहम्मद गौरी ने भी लुटे ने, मोहम्मद गाजनवी ने भी लुटे ने। ये सारे कधार तो काबल तो चढ़ के आए, ये राजे सन जिन्होंने हिंदुस्तान लुटिया। कई मंदिर लुटे गए, सोमनाथ मंदिर भी इन्होंने लुटिया, अब्दाली ने लुटिया सी सोमनाथ नाम का मंदिर। उस मंदिर के विच एक ऐसो जी मूर्ति बनाई हुई है उस वेले के कारीगर ने भी सारिया कंधां दे विच चमक ला के, चमक पत्थर जिन्होंने आपां कहते हैं, सारिया कंधां विच लाया। थले मिट्टी दे विच भी ला दिता, छत विच भी ला दिता ते चौहां दीवारां दे विच ला दिता। ते उस चमक पत्थर की इस तरीके नाल वंड कीती गई कि सारिया थावां ते बराबर उहदी खिच रहे। ते विचकार भगवान की मूर्ति ना लोहे की बना के रखी। मूर्ति लोहे की है, चमक पत्थर ने चार शक्तियों अपने वाल खिंच लई। वो मंदिर के विचकार मूर्ति खड़ गई, ना सजे जावे, ना खब्बे, ना अगे, ना पिछे, ना छत वाले ते ना धरती वाले, विचकार मंदिर से खड़ गए। उन्होंने कोई रस्सी नहीं पानी पई, कोई तार नहीं पानी पई, कोई आसरा नहीं देना। असल में कारण ये सी कि वो जी मूर्ति है वो है लोहे की है, ते कंधां दे विच चमक पत्थर लगा तो उसकी खिच दे नाल वो विचकार बराबर खड़ी हुई। कुछ लोगों ने रौला पा दिता कि इत्थे भगवान की करामात है, भी ये करामात दे नाल ही मूर्ति इत्थे बिना किसी आसरे तो खड़ोती है। उस मंदिर ते बड़े ज्यादा चढ़ावे चढ़े, हीरे मोती सोना चांदी बेशुमार बेगिनत करोड़ों की जिहड़ा धन की राशि उस मंदिर को प्राप्त हो। जब ये राजा आया ना चढ़ के हिंदुस्तान को लुटन वास्ते, इहनूं पता लगा कि इत्थे एक मंदिर है, उत्थे एक मूर्ति है जिहड़ी हवा दे विच ही खड़ोती है, ते मंदिर दे विच धन बड़ा है, ते राजा फौज लैके पहुंचा। लोगों ने आख्या कि मंदिर ते हमला ना करी, इत्थे बहुत ज्यादा जालियां शक्तियां ने, मूर्ति शक्ति दे नाल खड़ोती है, जे तू हमला करेगा तेरा नुकसान होगा। राजा कहने लगा भी मैं देखा ते जरूर भी ये कारण की है। राजे ने अपनी फौज को हुक्म दिता कि मंदिर की एक कंध ढाक दी जाए, जे कोई शक्ति होगी तो मेरे मगर लगेगी तो मैं भज जावांगा या माफी मंग लवांगा। उन्हें परख करने वास्ते मंदिर की एक कंध ढवा दी। जो कंध ढाई गई तो मूर्ति उस पासे तो थले लटक गई। फिर पता लगा कि ये चमक के आसरे, चमक पत्थर के आसरे होती है। सारिया कंधां ढवाइयां, मूर्तियां तोड़ियां गईयां तो उहदे विचों बड़े हीरे निकले, मोती निकले, सोना चांदी बेशुमार दौलत अपने नाल बन के ले गया। सोमनाथ मंदिर के दरवाजे वो भी उखेड़ लै गए, जिहड़े हाथी दंत के बड़े सन ते बड़े महंगे मुल वाले सन, भी मैं काबल अपने शहर में लैके जावांगा। पर जदों सारा कुछ लुट के वापस जा रहा सी, पंजाब की धरती तो लंघण लगा ते महाराज के सूरमिਆਂ ने इसनूं घेरा पा लिया। इहदे नाल बड़ा भारी पंजाब दे विच जंग होया ते इस जरमाने राजे दे कोलों वो जिहड़े दरवाजे सन सोमनाथ मंदिर दे ओह खोए गए। वो कहते सिखां ने अपने कोल रख लै। फिर वो दरवाजे जिहड़े सन श्री हरभंदर साहब की दर्शनी जोड़ी नूं लाए गए कि असीं खोए ने अपनी ताकत नाल, साडे गुरु को असीं भेंट कीते। सो ये विचार आप जी ने तां सरवण कीती है कि अहमद शाह अब्दाली ते नादिर शाह वर्गे राजियां ने हिंदुस्तान ते बड़े हमले कीते और इन्हां ने मथुरा शहर नूं भी लुटिया है। भाई संतोख सिंह जी दसदे भी मथुरा शहर नूं तां लुटिया कि वो राजे दा संकल्प सी द्वापर युग दे विच काल जमन दा भी मैं मथुरा नूं लुटना है, पर लुट नहीं सकिया ते मर गया। वो संकल्प विच ही रह गया। वो फिर अहमद शाह अब्दाली बन के जां नादिर शाह बन के पैदा होया ते दोबारा उसने आके फिर मथुरा को लुट के अपना वो जिहड़ा संकल्प सी पूरा पूरा कीता है। सो पंजाब देश भरिया है। ते सतगुरु कहण लगे भी वो राजा जदों मथुरा को लुटेगा ना ते लुट के फिर पंजाब दे ऊपर आवेगा, पंजाब ते हमला करेगा, नरन कसोटा उधर जावे ते इत्थे आके लोकां नूं लुटेगा, लुट के ते लोकां नूं उजाड़ देवेगा। भाग के पंजाब को उसने उजाड़ देना है। उस राजे ने लोकां नूं लुट लेना है। बल ले बल कर अगर सिधा है अते अपनी फौज लैके ते फौज दे बल दे नाल अहमद शाह अब्दाली
ਪੰਜਾਬ ਨੂੰ ਲੁੱਟ ਕੇ ਤੇ ਇੱਥੋਂ ਫਿਰ ਅੱਗੇ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਜਾਵੇਗਾ। रंड है सबन अरह जो मार ਜਿਹੜਾ ਵੀ ਉਹਦੇ ਨਾਲ ਅੜੇਗਾ ਨਾ, ਆਜ਼ਾਦੀ ਕਿਸੇ ਤੋਂ ਚੁੱਕਿਆ ਨਹੀਂ ਜਾਵੇਗਾ, ਸਾਰਿਆਂ ਨੂੰ ਦੰਡ ਦੇਵੇਗਾ ਤੇ ਦੰਡ ਦੇ ਕੇ ਸਾਰਿਆਂ ਦਾ ਧਨ ਪਾਇਆ ਉਸਨੇ ਉਹ ਲੈਣੀ ਹੈ। मथुरा करे कतल तह जाए ਤੇ ਫਿਰ ਜਾ ਕੇ ਮਥੁਰਾ ਸ਼ਹਿਰ ਨੂੰ ਲੁੱਟੇਗਾ, ਮਥੁਰਾ ਸ਼ਹਿਰ ਨੂੰ ਕਤਲ ਕਰੇਗਾ, ਉੱਥੇ ਕਤਲੋ ਗਾਰਤ ਕਰਕੇ ਤੇ ਸਭ ਕੁਝ ਉਸਨੇ ਲੁੱਟ ਲੈਣਾ ਹੈ। प्रथम मनोरथ को सफलाए ਉਹ ਜਿਹੜਾ ਪਹਿਲਾ ਮਨੋਰਥ ਸੀ ਨਾ ਉਹਨੇ ਮਨ ਵਿੱਚ ਰੱਖਿਆ ਕਿ ਮੈਂ ਮਥੁਰਾ ਨੂੰ ਲੁੱਟਣਾ ਹੈ, ਉਹ ਸਾਰਾ ਮਨੋਰਥ ਜਿਹੜਾ ਹੈ ਇਸ ਤਰੀਕੇ ਦੇ ਨਾਲ ਉਸਨੇ ਪੂਰਾ ਕਰਨਾ ਹੈ। ਕਹਿੰਦੇ ਵੀ ਇਸ ਤਰੀਕੇ ਦੇ ਨਾਲ ਉਹਨੇ ਆਪਣੇ ਸੰਕਲਪ ਨੂੰ ਪੂਰਾ ਕੀਤਾ ਹੈ। भावकर संग खिसै जिस कल ਉਹ ਕਹਿਣ ਲੱਗੇ ਵੀ ਉਹ ਫਿਰ ਰਾਜਾ ਮੇਰੇ ਘਰ ਦੇ ਨਾਲ, ਮੇਰਾ ਘਰ ਕੀ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ। ਉਹ ਜਿਹੜੇ ਰਾਜੇ ਹੋਣਗੇ ਕਾਬਲ ਤੋਂ ਚੜ੍ਹ ਕੇ ਮਥੁਰਾ ਨੂੰ ਲੁੱਟ ਲੈਣਗੇ, ਹਿੰਦੁਸਤਾਨ ਨੂੰ ਲੁੱਟ ਲੈਣਗੇ। ਉਸ ਤੋਂ ਬਾਅਦ ਵਿੱਚ ਮੇਰੇ ਘਰ ਦੇ ਨਾਲ, ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਨਾਲ, ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਆ ਕੇ ਉਹ ਟਕਰਾਉਣਗੇ, ਭਾਵ ਕੇ ਗੁਰੂ ਘਰ ਨੂੰ ਨਸ਼ਟ ਕਰਨ ਦਾ ਯਤਨ ਕਰਨਗੇ। फिर है नापुन फिर से सो उताले ਤੇ ਫਿਰ ਉਹ ਟਿਕੇ ਨਹੀਂ ਰਹਿਣਗੇ, ਨਾਸ ਹੋ ਜਾਣਗੇ। ਗੁਰਮੁਖੋ ਇਸੇ ਤਰ੍ਹਾਂ ਹੀ ਹੋਇਆ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਦੇ ਨਾਲ ਨਾਦਰ ਸ਼ਾਹ ਵਰਗਿਆਂ ਨੇ ਪੂਰਿਆ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਪੁਰਾਉਣ ਵਾਸਤੇ ਕਈ ਤੋਪਾਂ ਦੇ ਗੋਲੇ ਚਲਾ ਕੇ ਤੇ ਪੁਰਾਉਣ ਦਾ ਯਤਨ ਕੀਤਾ। ਕਹਿਣ ਲੱਗੇ ਜਦੋਂ ਰਾਜੇ ਦੇ ਹੁਕਮ ਦੇ ਨਾਲ ਤੋਪ ਚਲਾਈ ਗਈ ਨਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਰੱਖ ਕੇ ਪੁਰਾਉਣ ਵਾਸਤੇ ਬੇਗਮ ਨੂੰ, ਉਹ ਤੋਪ ਦਾ ਗੋਲਾ ਜਦੋਂ ਹਰਿਮੰਦਰ ਸਾਹਿਬ ਦੀ ਕੰਧ ਨਾਲ ਜਾ ਕੇ ਵੱਜਾ ਤੇ ਗੋਲੇ ਦੇ ਨਾਲ ਇੱਕ ਇੱਟ ਜਿਹੜੀ ਸੀ ਹਰਿਮੰਦਰ ਸਾਹਿਬ ਦੀ ਕੰਧ ਵਿੱਚੋਂ ਨਿਕਲੀ ਹੈ ਕਿ ਉਸ ਰਾਜੇ ਦੇ ਨੱਕ ਤੇ ਜਾ ਕੇ ਵੱਜੀ ਤੇ ਨੱਕ ਉਹਦਾ ਫਿਸ ਗਿਆ ਇੱਟ ਵੱਜਣ ਦੇ ਨਾਲ। ਤੇ ਫਿਰ ਉਹ ਨੱਕ ਵਾਲੀ ਜਗ੍ਹਾ ਤੇ ਕੋੜ ਹੋ ਗਿਆ। ਇਲਾਜ ਬੜੇ ਕਰਵਾਏ ਪਰ ਉਹ ਕੋੜ ਦਾ ਰੋਗ ਠੀਕ ਨਹੀਂ ਹੋਇਆ। ਇਸ ਤਰੀਕੇ ਨਾਲ ਗੜ ਕੇ ਉਹ ਰਾਜਾ ਮਰ ਗਿਆ। ਦਸਵੇਂ ਪਾਤਸ਼ਾਹ ਨੇ ਬਚਨ ਲਿਖੇ, ਕਹਿਣ ਲੱਗੇ ਜਦੋਂ ਸਾਡੇ ਘਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਆ ਕੇ ਟਕਰਾਉਣਗੇ, ਇਹਨੂੰ ਢਾਉਣ ਦਾ ਯਤਨ ਕਰਨਗੇ ਜਾਂ ਸਰੋਵਰ ਨੂੰ ਤੋੜਨ ਦਾ ਯਤਨ ਕਰਨਗੇ, ਮਿੱਟੀ ਪਾਉਣਗੇ ਤੇ ਫਿਰ ਬਹੁਤਾ ਸਮਾਂ ਰਹਿ ਨਹੀਂ ਸਕਣਗੇ। ਫਿਰ ਸਮਝ ਲਿਓ ਕਿ ਉਹਨਾਂ ਦਾ ਅੰਤ ਆ ਗਿਆ। ਇਸ ਤਰ੍ਹਾਂ ਉਹਨਾਂ ਨੇ ਪ੍ਰਕਾਸ਼ ਹੋਣਾ ਹੈ। शराब गुरु अर्जन जी कहे ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪਣੇ ਮੁਖ ਤੋਂ ਇਹ ਬਚਨ ਆਖੇ ਹਨ। मन है और हर मंदिर चहे ਕਹਿਣ ਲੱਗੇ ਵੀ ਇਹ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਹੈ ਨਾ ਇਹ ਦੁਬਾਰਾ ਬਣੇਗਾ। ਕਿ ਮਹਾਰਾਜ ਦੇ ਬਚਨ ਇਤਿਹਾਸਕਾਰਾਂ ਨੇ ਲਿਖੇ ਨੇ ਵੀ ਜਦੋਂ ਸਤਿਗੁਰੂ ਜੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਨਾ ਸਤਿਗੁਰਾਂ ਨੇ, ਉਸ ਵੇਲੇ ਮਹਾਰਾਜ ਨੇ ਬੜੇ ਬੜੇ ਜਿਹੜੇ ਸੰਤ ਸਾਧੂ ਸਨ ਉਹ ਯਾਦ ਕੀਤੇ ਜਾਂ ਉਹਨਾਂ ਨੂੰ ਬੁਲਾਇਆ। ਉਹਦੇ ਵਿੱਚ ਹਿੰਦੂ ਵੀ ਸੰਤ ਸਨ ਤੇ ਮੁਸਲਮਾਨ ਵੀ, ਕਈ ਪੀਰ ਫਕੀਰ ਸਾਈਂ ਮੀਆਂ ਪੀਰ ਵਰਗੇ ਹੋਰ ਵੀ ਕਈ ਬੰਦਗੀ ਵਾਲੇ ਭਗਤ ਵਾਲੇ ਸਾਧੂ ਸੰਤ ਆਏ। ਇਕੱਲੇ ਮੁਸਲਮਾਨ ਹੀ ਸੰਤ ਨਹੀਂ ਆਏ, ਹਿੰਦੂ ਸੰਤ ਇਸੇ ਤਰ੍ਹਾਂ ਉਦਾਸੀ ਸੰਨਿਆਸੀ ਬ੍ਰਹਮਚਾਰੀ ਜਿੰਨੀਆਂ ਮਤਾਂ ਦੇ ਕਰਨੀ ਵਾਲੇ ਭਗਤੀ ਵਾਲੇ ਸਾਧੂ ਸਨ ਉਹ ਸਾਰੇ ਸਾਧੂ ਜਿਹੜੇ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬੁਲਾਉਣ ਤੇ ਅੰਮ੍ਰਿਤਸਰ ਪਹੁੰਚੇ ਤੇ ਸਤਿਗੁਰਾਂ ਨੇ ਸਾਰਿਆਂ ਦੇ ਅੱਗੇ ਵਚਨ ਇਹ ਰੱਖਿਆ ਵੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਹੈ। ਉਸ ਵੇਲੇ ਮਹਾਰਾਜ ਜੀਆਂ ਨੇ ਨੀਂਹ ਰਖਾਈ। ਬਹੁਤ ਇਤਿਹਾਸਕਾਰ ਇਹ ਗੱਲ ਕਹਿੰਦੇ ਵੀ ਸਤਿਗੁਰਾਂ ਨੇ ਸਾਈਂ ਮੀਆਂ ਮੀਰ ਨੂੰ ਆਖਿਆ ਕਿ ਤੁਸੀਂ ਨੀਂਹ ਰੱਖੋ ਤੇ ਸਾਈਂ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਹੈ। ਪਰ ਵਿਦਵਾਨਾਂ ਦੀ ਵਿਚਾਰ ਇਹ ਹੈ ਵੀ ਉਸ ਸਮੇਂ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਵੱਡਾ ਕੋਈ ਸਾਧੂ ਨਹੀਂ ਹੈ, ਨਾ ਕੋਈ ਪੀਰ ਹੈ ਤੇ ਨਾ ਕੋਈ ਫਕੀਰ ਹੈ। ਸਤਿਗੁਰਾਂ ਨੇ ਹੋ ਸਕਦਾ ਵੀ ਸਤਿਕਾਰ ਦੇਣ ਵਾਸਤੇ ਇਹ ਗੱਲ ਕਹੀ ਹੋਵੇ। ਜਦੋਂ ਆਪਣੇ ਕੋਲ ਕੋਈ ਸਾਧੂ ਸੰਤ ਆਵੇ ਆਪਾਂ ਉਹਨੂੰ ਸਤਿਕਾਰ ਵਾਸਤੇ ਪਹਿਲ ਦਿੰਦੇ ਆ ਵੀ ਇਹ ਕਾਰਜ ਤੁਸੀਂ ਕਰੋ। ਪਰ ਉਹ ਸਾਧੂ ਸੰਤ ਮਹਾਰਾਜ ਦੇ ਪਿਆਰ ਵਾਲੇ ਸਨ। ਜਦੋਂ ਸਤਿਗੁਰਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਸ ਪਵਿੱਤਰ ਸਥਾਨ ਦੀ ਨੀਂਹ ਰੱਖੋ, ਉਹਨਾਂ ਸਾਰੇ ਸਾਧੂਆਂ ਨੇ ਹੱਥ ਜੋੜ ਕੇ ਆਖਿਆ, ਸਣੇ ਸਾਈਂ ਮੀਆਂ ਮੀਰ ਦੇ ਸਮੇਤ ਮਹਾਰਾਜ ਸਾਡੇ ਧੰਨ ਭਾਗ ਨੇ ਜੋ ਤੁਸੀਂ ਸਾਨੂੰ ਇੰਨਾ ਮਾਣ ਦਿੱਤਾ ਹੈ, ਇਹਨਾਂ ਸਾਨੂੰ ਵਡਿਆਈ ਦਿੱਤੀ ਹੈ ਕਿ ਇਸ ਪਵਿੱਤਰ ਸਥਾਨ ਦੀ ਨੀਂਹ ਸਾਡੇ ਕੋਲ ਰਖਾਉਣ ਵਾਸਤੇ ਆਪ ਜੀ ਸਾਨੂੰ ਹੁਕਮ ਕਰਦੇ ਪਏ। ਇਹ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ। ਪਰ ਮਹਾਰਾਜ ਤੁਹਾਡੇ ਉੱਤੇ ਇਹ ਅਸੀਂ ਕਾਰਜ ਕਰੀਏ ਇਹ ਕੰਮ ਸ਼ੋਭਾ ਨਹੀਂ ਦਿੰਦਾ।
ਆਪ ਜੀ ਕਿਰਪਾ ਕਰੋ ਕਿ ਆਪ ਜੀ ਆਪਣੇ ਹੱਥਾਂ ਦੇ ਨਾਲ ਰੱਖੋ। ਸਾਈ ਮੀਆਂ ਮੀਰ ਨੇ ਵੀ ਇਹ ਬੇਨਤੀ ਕੀਤੀ ਔਰ ਸਾਧੂ ਸੰਤਾਂ ਦੇ ਜਿੰਨੇ ਉੱਥੇ ਆਏ ਗੁਰਮੁਖ ਉਹਨਾਂ ਸਾਰਿਆਂ ਨੇ ਇਹ ਬੇਨਤੀ ਕੀਤੀ। ਤੇ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਸਾਰੀ ਸੰਗਤ ਦਾ ਬਚਨ ਮੰਨ ਕੇ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਆਪ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਹੈ। ਸਾਨੂੰ ਬਹੁਤ ਪ੍ਰਚਾਰ ਕੇ ਬਚਨ ਸੁਣਾਉਂਦੇ ਨੇ ਵੀ ਹਰਿਮੰਦਰ ਸਾਹਿਬ ਦੀ ਨੀਂਹ ਜਿਹੜੀ ਹੈ ਸਾਈਂ ਮੀਆਂ ਮੀਰ ਨੇ ਰੱਖੀ ਹੈ। ਸਾਈਂ ਮੀਆਂ ਮੀਰ ਨੂੰ ਮਹਾਰਾਜ ਨੇ ਸਤਿਕਾਰ ਵਾਸਤੇ ਬਚਨ ਕਹਿ ਜ਼ਰੂਰ ਨੇ। ਹੋਰ ਵੀ ਸੰਤਾਂ ਨੂੰ ਆਖਿਆ ਵੀ ਆਪ ਜੀ ਸਾਰੀ ਕਿਰਪਾ ਕਰੋ, ਇਹ ਪਰਮਾਤਮਾ ਦਾ ਘਰ ਬਣਾਉਣਾ ਹੈ, ਆਪ ਜੀ ਇਹਦੇ ਵਿੱਚ ਸ਼ਮੂਲੀਅਤ ਕਰੋ। ਔਰ ਗੁਰਮੁਖੋ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸਤਿਕਾਰ ਦਿੰਦੇ, ਜੋ ਸਾਧੂ ਵੀ ਤੇ ਮਹਾਰਾਜ ਦਾ ਸਤਿਕਾਰ ਕਰਦੇ ਨੇ, ਨਮਸਕਾਰ ਕਰਦੇ, ਉਹਨਾਂ ਸਾਰਿਆਂ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਸਾਡੇ ਵੱਡੇ ਭਾਗ ਨੇ ਜੋ ਸਾਨੂੰ ਸਤਿਕਾਰ ਦਿੱਤਾ, ਪਰ ਇਹ ਕੰਮ ਤੁਹਾਨੂੰ ਹੀ ਸ਼ੋਭਾ ਪਾਉਂਦਾ ਨਹੀਂ। ਆਪ ਜੀ ਆਪ ਆਪਣੇ ਹੱਥਾਂ ਦੇ ਨਾਲ ਰੱਖੋ, ਅਸੀਂ ਇਹਦੇ ਵਿੱਚ ਹਾਜ਼ਰੀ ਜ਼ਰੂਰ ਭਰਦੇ ਹਾਂ। ਕਿ ਸਤਿਗੁਰਾਂ ਨੇ ਸੰਗਤ ਦੀ ਬੇਨਤੀ ਮੰਨ ਕੇ ਉਸ ਵੇਲੇ ਆਪਣੇ ਹੱਥਾਂ ਨਾਲ ਆਪ ਨੀਂਹ ਰੱਖੀ ਹੈ। ਇਹ ਇਤਿਹਾਸ ਦੇ ਕੁਝ ਅਣਛੂਏ ਪੱਤਰੇ ਨੇ। ਸਾਡੇ ਬਹੁਤੇ ਇਤਿਹਾਸਕਾਰ ਗ੍ਰੰਥਾਂ ਨੂੰ ਆਪ ਨਹੀਂ ਪੜ੍ਹਦੇ। ਇੱਕ ਨੇ ਇਤਿਹਾਸ ਸੁਣਾਇਆ, ਉਹਦੇ ਕੋਲੋਂ ਦੂਜੇ ਨੇ ਸੁਣਿਆ, ਉਹਦੇ ਕੋਲੋਂ ਤੀਜੇ ਨੇ ਸੁਣਿਆ ਸੁਣਾਇਆ ਕੰਮ ਚੱਲੀ ਗਿਆ ਤੇ ਉਸੇ ਨੂੰ ਅੱਗੇ ਪ੍ਰਚਾਰਿਆ ਜਾਂਦਾ। ਪਰ ਬਚਨ ਇਹ ਹੈ ਵੀ ਹਰਿਮੰਦਰ ਸਾਹਿਬ ਦੀ ਨੀਂਹ ਜਿਹੜੀ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਰੱਖੀ ਹੈ। ਵਿਚਾਰ ਇਹ ਹੈ ਜਦੋਂ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਟ ਰੱਖੀ ਨਾ ਹਰਿਮੰਦਰ ਸਾਹਿਬ ਦੀ ਪਹਿਲੀ ਇੱਟ ਰੱਖੀ ਹੈ ਕਿ ਉੱਥੇ ਮਿਸਤਰੀ ਜਿਹੜਾ ਸੇਵਾ ਕਰਨ ਵਾਲਾ ਉਹਨੇ ਉਹ ਇੱਟ ਚੁੱਕ ਕੇ ਉਹਦਾ ਪਾਸਾ ਬਦਲ ਦਿੱਤਾ, ਇੱਟ ਨੂੰ ਫੇਰ ਦਿੱਤਾ, ਕਿਉਂਕਿ ਉਹ ਆਪਣੇ ਹਿਸਾਬ ਕਿਤਾਬ ਨਾਲ ਬੈਠਾ ਸੀ ਵੀ ਇੱਟ ਗੁਣੀਏ ਵਿੱਚ ਇਸ ਤਰ੍ਹਾਂ ਆਵੇਗੀ। ਉਹਨੇ ਤਾਂ ਆਪਣੀ ਗੁਣੀਏ ਦਾ ਹਿਸਾਬ ਲਾਇਆ ਵੀ ਇੱਟ ਸਹੀ ਤਰੀਕੇ ਨਾਲ ਇੱਥੇ ਆਉਂਦੀ ਹੈ। ਜਦੋਂ ਉਹਨੇ ਇੱਟ ਚੁੱਕ ਕੇ ਬਦਲ ਦਿੱਤੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੂੰਹੋਂ ਬਚਨ ਨਿਕਲ ਗਿਆ, ਕਹਿਣ ਲੱਗੇ ਹਰਿਮੰਦਰ ਸਾਹਿਬ ਦੀ ਨੀਂਹ ਜਿਹੜੀ ਹੈ ਨਾ ਦੁਬਾਰਾ ਫਿਰ ਇਸੇ ਤਰ੍ਹਾਂ ਹੀ ਰੱਖੀ ਜਾਵੇਗੀ, ਦੁਬਾਰਾ ਫਿਰ ਬਣਾਉਣਾ ਪਵੇਗਾ। ਇਹ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਸੀ। ਸੋ ਇਸੇ ਤਰ੍ਹਾਂ ਗੁਰੂ ਫਿਰ ਉਹ ਜਿਹੜੀ ਸੇਵਾ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਉਹ ਪਹਿਲਾਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀਤੀ ਹੈ। ਉਸ ਤੋਂ ਬਾਅਦ ਫਿਰ ਖਾਲਸੇ ਪੰਥ ਨੇ ਆਪਾਂ ਇਤਿਹਾਸਕ ਨਗਰ ਹੈ ਸੋਹਸਿਰ ਪਿੰਡ ਅੰਮ੍ਰਿਤਸਰ ਦੇ ਨੇੜੇ ਭਿੱਖੀਵਿੰਡ ਦੇ ਨੇੜੇ, ਉੱਥੋਂ ਦਾ ਉਹ ਰਾਜ ਮਿਸਤਰੀ ਲੈ ਕੇ ਖਾਲਸੇ ਨੇ ਫਿਰ ਉਹਨੂੰ ਸੇਵਾ ਲਈ ਹੈ। ਜਿੰਨੀ ਮਾਇਆ ਚਾਹੀਦੀ ਹੈ ਉਨੀ ਮਾਇਆ ਲਾ ਕੇ ਹਰਿਮੰਦਰ ਸਾਹਿਬ ਦੀ ਸੇਵਾ ਕਰਨੀ ਹੈ। ਖਾਲਸੇ ਨੇ ਆਪਣੀ ਮੋਹਰ ਉਸ ਮਿਸਤਰੀ ਨੂੰ ਦੇ ਦਿੱਤੀ। ਜਿਹੜੇ ਵੀ ਪੰਥ ਦੇ ਕਿਸੇ ਵੀ ਵਿਅਕਤੀ ਕੋਲੋਂ ਜਿੰਨੀ ਵੀ ਮਾਇਆ ਕਮਾਉਣੀ ਚਾਹੇ ਉਹ ਕਾਗਜ਼ ਤੇ ਲੈ ਕੇ ਤੇ ਮੋਹਰ ਲਾ ਕੇ ਕਾਗਜ਼ ਭੇਜ ਦਿਆ ਕਰ, ਮਾਇਆ ਦਾ ਪ੍ਰਬੰਧ ਅਸੀਂ ਕਰਾਂਗੇ, ਤੇਰੇ ਕੋਲੋਂ ਹਿਸਾਬ ਨਹੀਂ ਮੰਗਾਂਗੇ ਔਰ ਥੋੜ ਦੇ ਨਾਲ ਕੰਮ ਨਹੀਂ ਕਰਨਾ, ਬਹੁਤ ਦੇ ਨਾਲ ਕੰਮ ਕਰਨਾ ਹੈ। ਕਹਿਣ ਲੱਗੇ ਵੀ ਉਹ ਮਿਸਤਰੀ ਗੁਰੂ ਦੇ ਪਿਆਰ ਵਾਲਾ, ਉਹਨੇ ਫਿਰ ਚਾਦਰ ਵਿਛਾ ਕੇ ਤੇ ਚਾਦਰਾਂ ਭਰ ਕੇ ਮਾਇਆ ਦੀਆਂ ਜਿਹੜੀਆਂ ਸਭ ਉੱਤੇ ਪਹੁੰਚੀਆਂ। ਜਿੰਨੀ ਮਾਇਆ ਜਿੰਨੀ ਸੇਵਾ ਕਿਸੇ ਨੂੰ ਲਾਈ ਸੰਗਤਾਂ ਨੇ ਆਪਣੇ ਵੱਲੋਂ ਤਿਲ ਫੁੱਲ ਇਕੱਠਾ ਕਰਕੇ ਉੱਥੇ ਪਹੁੰਚਾਇਆ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਬਾਰਾ ਫਿਰ ਖਾਲਸੇ ਪੰਥ ਨੇ ਸਾਧਿਆ। ਇਹ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਨ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਨੀਂਹ ਰੱਖ ਕੇ ਆਖਿਆ ਸੀ ਹਰਿਮੰਦਰ ਸਾਹਿਬ ਦੀ ਦੁਬਾਰਾ ਫਿਰ ਇਸੇ ਤਰ੍ਹਾਂ ਨੀਂਹ ਰੱਖੀ ਜਾਏਗੀ। ਉਹ ਬਚਨ ਮਹਾਰਾਜ ਦੇ ਉਦੋਂ ਪੂਰੇ ਹੋਣਗੇ ਜਦੋਂ ਮੁਗਲ ਆ ਕੇ ਹਰਿਮੰਦਰ ਸਾਹਿਬ ਨੂੰ ਢਾਉਣਗੇ, ਮੁਗਲਾਂ ਦਾ ਨਾਸ਼ ਹੋ ਜਾਏਗਾ। ਹਰਿਮੰਦਰ ਸਾਹਿਬ ਦੀ ਦੁਬਾਰਾ ਫਿਰ ਖਾਲਸੇ ਪੰਥ ਨੇ ਸੇਵਾ ਕਰਨੀ ਹੈ। ਜਾਂ ਤੇ ਕਰੇ ਬਿਦਾਰਨ ਸੋਏ। ਇਸ ਕਰਕੇ ਇਹ ਇੱਕ ਵਾਰੀ ਇਸ ਹਰਿਮੰਦਰ ਸਾਹਿਬ ਦੀ ਇਮਾਰਤ ਜਿਹੜੀ ਹੈ ਉਸਨੇ ਢਹਿ ਜਾਣਾ ਹੈ ਔਰ ਖਾਲਸੇ ਕਰਦੇ ਹੋਏ ਅਤੇ ਫਿਰ ਖਾਲਸਾ ਪੰਥ ਇਸ ਇਮਾਰਤ ਨੂੰ ਦੁਬਾਰਾ ਬਣਾਵੇਗਾ। ਇਸ ਤਰ੍ਹਾਂ ਬਚਨ ਕੀਤੇ ਹਨ। ਘਰ ਵਿਗੜੈ ਦੋਸ਼ ਘਨੇਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਸਾਡੇ ਘਰ ਦੇ ਨਾਲ ਵਿਗੜਨਗੇ ਨਾ ਹਰਿਮੰਦਰ ਸਾਹਿਬ ਦੇ ਨਾਲ ਇਹ ਇਸ ਤਰ੍ਹਾਂ ਦਾ ਦਰਦ ਕਰਨਗੇ ਉਦੋਂ ਪਾਪ ਲੱਗਣਾ ਹੈ। ਮੂਲ ਗੋਬਿੰਦ ਸਫੀਰਾ। ਇਹ ਮੂਰਖ ਨੂੰ ਫਿਰ ਪਾਪ ਲੱਗੇਗਾ ਤੇ ਇਸ ਦੇ ਨਾਸ ਹੋ ਜਾਣਾ ਹੈ। ਰਚਿਓ ਅਕਾਲ ਖਾਲਸਾ ਬਰੀ। ਇਸ ਤਰ੍ਹਾਂ ਅਸੀਂ ਖਾਲਸਾ ਪੰਥ ਰਚਿਆ ਹੈ। ਹੱਥ ਲੈ ਹੈ ਤਿਸ ਗੋਬਿੰਦ ਭਰੀ। ਅਤੇ ਸਾਡੇ ਖਾਲਸੇ ਨੇ ਇਸ ਨੂੰ ਮਾਰ ਲੈਣਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਰ ਵੀ ਬਚਨ ਜਿਹੜੇ ਆਉਣ ਵਾਲੇ ਸਮੇਂ ਦੇ
वो करनगे भी अगे अगे की होना है। वो वचन इतिहास आपां अगले दीवान विच सरवण करांगे। इस वेले समय की समाप्ति हुई है। बेनती है आप संगतां दे चरणां विच कि अज श्री अपने दरबार साहब की सफाई की सेवा होनी है। दरबार के विच झाड़ू लाउण की सेवा, चादरां विछाउण की सेवा, माला सत लाउण की सेवा, ये सारियां सेवावां होणीਆਂ ने क्योंकि कल तो श्री अखंड पाठ का प्रारंभ होना है। गुरु अर्जन देव पातशाह की शहीदी के संबंध विच सो आप संगतां नूं बेनती है कि आप संगतां मुखवाक सरवण करो। सतगुरु सुखासन होणगे, फिर आपां सारिਆਂ ने मिल के बीबियां ने झाड़ू की सेवा ते ਸਿੰਘਾਂ ਨੂੰ बेनती है चादरां विछाउण की आपां सेवा करनी है। ये इतिहास जिहड़ा है आपां 2 दिन बाद 5 तरीक शाम को फिर इत्थों इस इतिहास को अगे सरवण करांगे। 2 दिन कथा का